गुड मॉर्निंग की हाल चाल। थैंक यू सर, थैंक यू। भोजपुर है वो तकरीबन 230 किलोमीटर रह गया है। मॉर्निंग जी, ਤੁਸੀਂ ਹਾਈਲਾਈਟਸ ਦੇ ਨਾਲ ਅੰਦਾਜ਼ਾ ਲਗਾ ਹੀ ਲਿੱਤਾ ਹੋਣਾ ਹੈ ਕਿ ਇਹ ਰਾਈਡ ਕਿੱਥੇ ਦੀ ਸ਼ੁਰੂਆਤ ਹੋਈ ਹੈ ਔਰ ਕਿੱਥੇ ਜਾ ਰਹੀ ਹੈ, ਕਿਸ ਤਰ੍ਹਾਂ ਚੱਲ ਰਹੀ ਹੈ। ਸੋ ਪਹਿਲੇ ਗੁੱਡ ਮਾਰਨਿੰਗ ਕਹਿੰਦੇ ਆ ਔਰ ਅੱਜ ਮੇਰੇ ਨਾਲ ਵਲੌਗ ਦੀ ਸ਼ੁਰੂਆਤ 'ਚ ਬਹੁਤ ਸਾਥੀ ਨੇ ਮੇਰੇ ਨਾਲ। ਸੋ ਇਸ ਟਾਈਮ ਜਿਹੜਾ ਟਾਈਮ ਹੋਇਆ ਜੀ ਉਹ ਤਕਰੀਬਨ ਹੋਇਆ ਹੈ 3:30 ਹੋਏ ਨੇ ਔਰ ਸਵੇਰ ਦੇ 3:30 ਹੈ ਔਰ ਮੇਰੇ ਨਾਲ ਮੇਰੇ ਸਾਥੀ ਨੇ ਔਰ ਸਾਡੀ ਜਿਹੜੀ ਰਾਈਡ ਹੈ ਉਹ ਬੇਸਿਕਲੀ ਜਾਣੀ ਹੈ ਕਸੌਲੀ। ਸੋ ਪਹਿਲੇ ਮੈਂ ਸਾਰਿਆਂ ਨੂੰ ਕਹਾਂਗਾ ਵੀ ਆਪਣੇ ਇੰਟਰੋਡਿਊਸ ਕਰਾਓ ਜੀ। ਸਾਰੇ ਹੈਲੋ ਬੋਲੋ ਸਰ। हेलो ਤੇ फरीदकोट तो फ्रॉम फरीदकोट सुभाष पंजाब रजिंदर सेखों फ्रॉम फरीदकोट सनम कुमार चंडीगढ़। ਸਰ ਤੁਸੀਂ ਦੇਖਿਆ ਹੈ ਕਿ ਫਰੀਦਕੋਟ ਔਰ ਚੰਡੀਗੜ੍ਹ ਔਰ ਮੋਹਾਲੀ ਔਰ ਅਲੱਗ-ਅਲੱਗ ਜਗ੍ਹਾ ਤੋਂ ਅਸੀਂ ਸਾਰੇ ਆਏ ਹਾਂ ਔਰ ਅੱਜ ਸਾਡੀ ਰਾਈਡ ਹੈ ਔਰ ਤਕਰੀਬਨ ਥੋੜੀ ਦੇਰ ਤੱਕ ਸਾਡੇ ਹੋਰ ਵੀ ਸਾਥੀ ਜਿਹੜੇ ਆ ਰਹੇ ਆ ਜੀ। ਸੋ ਫਿਰ ਇੱਥੋਂ ਦੀ ਅਸੀਂ ਜਿਹੜਾ ਮੂਵ ਕਰਾਂਗੇ। ਸੋ ਇਸ ਸਫ਼ਰ ਦੀ ਸ਼ੁਰੂਆਤ ਇੱਥੋਂ ਹੀ ਹੋਏਗੀ। ਇਸ ਟਾਈਮ ਅਸੀਂ 26 ਸੈਕਟਰ ਟਰਾਂਸਪੋਰਟ ਲਾਈਟਸ ਦੇ ਕੋਲ ਹੈਗੇ ਆ ਔਰ ਫਿਰ ਆਜੋ ਹੌਲੀ-ਹੌਲੀ ਔਰ ਸਾਰਿਆਂ ਨਾਲ ਮਿਲਾਨੇ ਆ ਤੇ ਫਿਰ ਅੱਗੇ ਨੂੰ ਵੱਧਦੇ ਚੱਲਦੇ ਆ ਜੀ। ਆਜੋ ਜੀ। थैंक यू किया रजिंदर। सो इस टाइम ਅਸੀਂ ਪਹੁੰਚ ਗਏ ਨਜ਼ਦੀਕ ਪੰਚਕੂਲਾ ਨਹੀਂ ਸੌਰੀ ਪਿੰਜੌਰ। ਸੋ ਹੁਣ ਅਸੀਂ ਤਕਰੀਬਨ ਪਿੰਜੌਰ ਇੱਥੋਂ ਦੀ 5 ਕਿਲੋਮੀਟਰ ਹੈ। ਹਾਂਜੀ ਗ੍ਰੇਟ। ਆਪਾਂ ਵੇਟ ਕਰ ਰਹੇ ਹਾਂ ਕਿਸੇ ਦੀ। ਓਕੇ, ਸਾਡੇ 2-3 ਰਾਈਡਰਸ हैं, ਅਸੀਂ ਉਹਨਾਂ ਦੀ ਐਕਚੁਅਲੀ ਵੇਟ ਕਰ ਰਹੇ ਹਾਂ। ਸੋ ਕਹਿੰਦੇ ਚਲੋ ਚਲਦੇ ਹਾਂ ਜੀ। ਚਲੋ ਫਿਰ ਅੱਗੇ ਚੱਲੀਏ। ਸੋ ਆਪਾਂ ਪਹੁੰਚ ਗਏ ਪਿੰਜੌਰ ਜੀ। ਹੁਣ ਇੱਥੇ ਚੱਲ ਰਿਹਾ ਫੋਟੋ ਸੈਸ਼ਨ। ਔਰ ਇਸ ਟਾਈਮ ਹੋਇਆ ਹੈ ਤੁਸੀਂ ਦੇਖੋਗੇ 4:30। ਚਲੋ ਜੀ। ਸੋ ਇਸ ਟਾਈਮ ਮੈਂ ਇਸ ਟਾਈਮ ਪਹੁੰਚ ਚੁੱਕਾ ਵਾਂ ਪਿੰਜੌਰ ਕੇ ਕਾਲਕਾ ਦੇ ਵਿੱਚ ਹਾਂ ਮੈਂ ਔਰ ਤਕਰੀਬਨ ਟਾਈਮ ਇਸ ਟਾਈਮ 5 ਵੱਜ ਚੁੱਕੇ ਨੇ ਔਰ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਉਹ ਅੱਗੇ ਨੇ। ਮੈਨੂੰ ਉਹ ਬੇਸਿਕਲੀ ਜਾ ਰਿਹਾ ਕਸੌਲੀ। ਮੈਨੂੰ ਹਾਲੇ ਕੁਝ ਪਤਾ ਨਹੀਂ ਹੈ। ਮੈਂ ਬੜੀ ਜਿਵੇਂ ਕਹਿੰਦੇ ਨਾ ਕਸ਼ਮਕਸ਼ ਵਿੱਚ ਆ ਕਿ ਮੈਂ ਜਾਵਾਂ ਕਿ ਨਾ ਜਾਵਾਂ। ਰੀਜ਼ਨ ਕੀ ਹੈ, ਬੇਸਿਕਲੀ ਜੋ ਮੇਰੀ ਸਾਈਕਲ ਹੈ ਉਹ ਹੈ ਵਿਦਆਊਟ ਗੇਅਰ। ਸੋ ਵਿਦਆਊਟ ਗੇਅਰ ਹੋਣ ਕਰਕੇ ਮੇਨ ਜਿਹੜੀ ਚੀਜ਼ ਹੈਗੀ ਹੈ ਕਿ ਚੜ੍ਹਾਈ ਬਹੁਤ ਜ਼ਿਆਦਾ ਹੈ ਔਰ ਹਾਲੇ ਸਿਰਫ ਕਾਲਕਾ ਹੀ ਪਹੁੰਚਿਆ। 1 ਮਿੰਟ ਪਿੱਛੇ ਟਰੱਕ ਆ ਰਿਹਾ, ਵੇਟ ਕਰਦੇ ਹਾਂ। ਸੋ ਮੈਂ ਹਾਲੇ ਕਾਲਕਾ ਹੀ ਪਹੁੰਚਿਆ ਔਰ ਕੁਝ ਰਾਈਡਰਸ ਹਾਲੇ ਪਿੱਛੇ ਵੀ ਹੈਗੇ। ਖੈਰ ਉਹ ਅੱਗੇ ਜਾ ਰਹੇ ਨੇ ਹੌਲੀ। ਸੋ ਮੈਨੂੰ ਪਤਾ ਨਹੀਂ ਅੱਗੇ ਦਾ ਮੇਰਾ ਪਲਾਨ ਕੀ ਹੈ। ਫਿਲਹਾਲ ਮੈਂ ਹੌਲੀ ਅੱਗੇ ਤੱਕ ਚੱਲਦਾ ਜਿਸ ਤੱਕ ਆਪਣੇ ਬੰਦੇ ਹੈਗੇ ਆ ਤਦ ਤੱਕ ਮੈਂ ਪਹੁੰਚਦਾ। ਉਸ ਤੋਂ ਬਾਅਦ ਦੇਖਦਾ ਜਾਂ ਤਾਂ ਮੈਂ ਫਿਰ ਅੱਗੇ ਦੇ ਸਾਈਟ ਸੀਨ ਕਰਾਂਗਾ ਜਾਂ ਜਿਸ ਤਰ੍ਹਾਂ ਵੀ ਕਰਾਂਗਾ ਇਸ ਰਾਈਡ ਨੂੰ ਕਿਸ ਤਰ੍ਹਾਂ ਲੈ ਕੇ ਚੱਲਦਾ। ਫਿਲਹਾਲ ਹਵਾ ਬੜੀ ਸੋਹਣੀ ਚੱਲ ਰਹੀ ਹੈ। ਸੋ ਅੱਗੇ ਚੱਲਦੇ, ਅੱਗੇ ਜਾ ਕੇ ਦੇਖਦੇ ਹਾਂ ਲੈਟਸ ਸੀ ਕੀ ਬੰਦਾ ਜੀ। ਓਕੇ। ਸੋ ਸੀਨ ਇਹ ਹੈ ਜੀ ਕਿ ਮੈਂ ਇਸ ਟਾਈਮ ਬੈਠਾ ਹਾਂ ਪਿੰਜੌਰ ਗਾਰਡਨ ਔਰ ਬਾਕੀ ਦੇ ਬੰਦੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿਉਂਕਿ ਹਾਈਟ ਅੱਗੇ ਬਹੁਤ ਜ਼ਿਆਦਾ ਹੈ। ਸੋ ਆਪਣੀ ਜਿਹੜੀ ਸਾਈਕਲ ਹੈ ਉਹ ਵਿਦਆਊਟ ਗੇਅਰ ਹੈ। ਸੋ ਇਸ ਕਰਕੇ ਪੋਸੀਬਲ ਨਹੀਂ ਹੈ ਕਿ ਇੰਨੀ ਹਾਈਟ ਉੱਤੇ ਕੋਈ ਪੰਗਾ ਲਿੱਤਾ ਜਾਵੇ ਬੇਸਿਕਲੀ। ਸੋ ਇਸ ਟਾਈਮ ਮੈਂ ਹਾਲੇ ਪਿੰਜੌਰ ਗਾਰਡਨ ਹਾਂ। ਹੁਣ ਮੈਂ ਸੋਚ ਰਿਹਾ ਕਿ ਹੁਣ ਮੈਂ ਕਿੱਧਰ ਜਾਵਾਂ, ਮਤਲਬ ਹੁਣ ਮੈਂ ਕਿਹੜੀ ਲੋਕੇਸ਼ਨ ਜਾਵਾਂ ਜਾਂ ਵਾਪਸ ਜਾਵਾਂ ਜਾਂ ਕੁਝ ਹੋਰ ਐਕਸਪਲੋਰ ਕਰਾਂ। ਹਾਲੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਫਿਲਹਾਲ ਮੈਂ ਇੱਥੇ ਬੈਠਾ ਪਿੰਜੌਰ ਗਾਰਡਨ, ਥੋੜ੍ਹਾ ਜਿਹਾ ਬੈਠਦੇ ਹਾਂ, ਸਾਈਨ ਸੀਨ ਕਰਦੇ ਹਾਂ, ਫਿਰ ਅੱਗੇ ਦੇਖਦੇ ਕੀ ਬਣਾਉਂਦੇ ਜੀ ਪ੍ਰੋਗਰਾਮ। ਸੋ ਇਹ ਰਹੀ ਜੀ ਆਪਣੀ ਸਾਈਕਲ
ਔਰ ਇਹ ਰਿਹਾ ਪਿੰਜੌਰ ਗਾਰਡਨ ਔਰ ਸਵੇਰ ਦਾ ਮਨਮੋਹਕ ਦ੍ਰਿਸ਼। ਔਰ ਸੋਚਿਆ ਨਹੀਂ ਸੀ ਕਿ ਕਦੀ ਸਵੇਰੇ ਇਸ ਟਾਈਮ ਇੱਥੇ ਮੈਂ ਆਵਾਂਗਾ ਔਰ ਉਹ ਵੀ ਸਾਈਕਲ ਦੇ ਉੱਤੇ। ਬਟ ਐਨੀਵੇ ਬਹੁਤ ਵਧੀਆ ਲੱਗ ਰਿਹਾ, ਸ਼ਾਂਤੀ ਹੈ ਔਰ ਸਕੂਨ ਹੈ, ਇੱਕ ਅਲੱਗ ਜਿਹਾ ਮਾਹੌਲ ਹੈ। ਔਰ ਸੋਚ ਵੀ ਰਿਹਾ ਜਾਵਾਂ ਕਿੱਧਰ ਜਾਵਾਂ ਹਾਲੇ ਕੁਝ ਸਮਝ ਨਹੀਂ ਆ ਰਹੀ ਜਾਣਾ ਕਿੱਧਰ ਸੀਗਾ, ਚਲੇ ਕਿੱਥੇ ਗਏ। ਗਰੁੱਪ ਰਾਈਡ ਤੋਂ ਸੋਲੋ ਰਾਈਡ ਬਣ ਗਈ ਆਪਣੀ। ਬਟ ਐਨੀਵੇ ਕੋਈ ਗੱਲ ਨਹੀਂ, ਦੇਖਦੇ ਹਾਂ ਜੀ ਕੁਝ ਅੱਗੇ ਕੀ ਪ੍ਰੋਗਰਾਮ ਬਣਦਾ ਹੈ। ਹਾਲੇ ਮੈਨੂੰ ਕੁਝ ਨਹੀਂ ਪਤਾ, ਲੈਟਸ ਸੀ, ਦੇਖਦੇ ਹਾਂ ਅੱਗੇ ਪ੍ਰੋਗਰਾਮ। ਸੋ ਸੀਨ ਇਹ ਹੈ ਜੀ ਕਿ ਇੱਕ ਨਵੀਂ ਜਗ੍ਹਾ ਥੋੜੀ ਜਿਹੀ ਮੈਂ ਦੇਖੀ ਹੈ, ਉਹਨੂੰ ਐਕਸਪਲੋਰ ਕਰਨ ਲੱਗਾ। ਦੇਖਦੇ ਹਾਂ ਵੀ ਕਿਸ ਤਰ੍ਹਾਂ ਦਾ ਵਿਊ ਹੈ ਉੱਧਰ, ਕਿਸ ਸਾਈਡ ਹੈਗਾ। ਕਿਸੇ ਨੇ ਸੁਜੈਸਟ ਕੀਤਾ ਮੈਨੂੰ, ਮੈਂ ਕਿਸੇ ਨੇ ਐਕਚੁਅਲੀ ਪੁੱਛਿਆ ਹੈ। ਸੋ ਮੈਂ ਉਸੇ ਰਸਤੇ ਜਾ ਰਿਹਾ, ਫਸਟ ਟਾਈਮ ਜਾ ਰਿਹਾ ਅਤੇ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਵੀ ਨਾਲ ਲੈ ਕੇ ਚੱਲੀਏ ਔਰ ਕੀ ਬੈਸਟ ਬਣ ਸਕਦਾ ਉਹ ਦੇਖਦੇ ਹਾਂ, ਕੁਛ ਨਵਾਂ ਐਕਸਪਲੋਰ ਕਰਦੇ ਹਾਂ। ਔਰ ਵਿਊ ਤਾਂ ਖੈਰ ਬਹੁਤ ਪਿਆਰਾ ਹੈਗਾ, ਬਟ ਅੱਗੇ ਜਾ ਕੇ ਪਤਾ ਲੱਗੇਗਾ ਕੀ ਬੰਦਾ ਜੀ। ਸੋ ਤੁਸੀਂ ਦੇਖੋਗੇ ਕਿ ਕੁਛ ਇਸ ਤਰ੍ਹਾਂ ਦਾ ਵਿਊ ਹੈਗਾ ਜੀ ਇੱਧਰ। ਔਰ ਮੈਂ ਇਸ ਪਾਸੇ ਫਸਟ ਟਾਈਮ ਆਇਆ, ਹੁਣ ਦੇਖਦੇ ਹਾਂ ਬਈ ਕੀ ਸੀਨ ਹੈ। ਅੱਗੇ ਜਾ ਕੇ ਦੱਸਿਆ ਕਿਸੇ ਨੇ ਵੀ ਇੱਥੇ ਵਧੀਆ ਲੋਕੇਸ਼ਨਸ ਹੈ। ਸੋ ਆਪਾਂ ਐਕਸਪਲੋਰ ਕਰਦੇ ਹਾਂ, ਲੈਟਸ ਸੀ, ਦੇਖਦੇ ਹਾਂ ਕੀ ਬੰਦਾ ਜੀ। ਇੱਧਰ ਤੁਸੀਂ ਦੇਖੋਗੇ ਯਾਰ, ਆਈ ਥਿੰਕ ਉਹ ਸਾਹਮਣੇ ਕੋਈ ਡੈਮ ਹੈ ਮੇਰੇ ਮੁਤਾਬਿਕ, ਉਹ ਡੈਮ ਹੈ। ਔਰ ਇੱਧਰੋਂ ਮੈਂ ਹੁਣ ਕਿਸੇ ਨੂੰ ਪੁੱਛਦਾ ਕਿ ਬਈ ਅੱਗੇ ਬੇਸਿਕਲੀ ਹੈ ਕੀ ਚਲੋ ਜੀ। ਸੋ ਤੁਸੀਂ ਦੇਖੋਗੇ ਜੀ ਬੇਸਿਕਲੀ ਇਹ ਇੱਕ ਆਸ਼ਰਮ ਹੈ ਔਰ ਇੱਥੇ ਹਨੂੰਮਾਨ ਜੀ ਦੀ ਮੂਰਤੀ ਹੈ। ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਬੇਸਿਕਲੀ ਇਹ ਜਿਹੜੀ ਮੂਰਤੀ ਹੈ, ਮੈਂ ਫਸਟ ਟਾਈਮ ਆਇਆ ਔਰ ਇਹ ਮੂਰਤੀ ਜਿਹੜੀ ਹੈ ਉਹ ਤਕਰੀਬਨ 40 ਫੁੱਟ ਲੰਬੀ ਹੈ ਜੀ, ਤੁਸੀਂ ਦੇਖੋਗੇ। ਔਰ ਇਹ ਵੈਸੇ ਪਿੰਜੌਰ ਹੀ ਪੈਂਦਾ ਹੈਗਾ ਔਰ ਇਹ ਆਸ਼ਰਮ ਹੈਗਾ। ਸੋ ਤੁਸੀਂ ਦੇਖੋਗੇ ਜੀ, ਆਹ ਮੂਰਤੀ ਤਕਰੀਬਨ 40 ਫੁੱਟ ਹੈ ਔਰ ਮੈਂ ਫਸਟ ਟਾਈਮ ਇੱਥੇ ਆਇਆ। ਬਹੁਤ ਖੂਬਸੂਰਤ ਜਿਹੜਾ ਹੈ ਇਹ ਆਸ਼ਰਮ ਬਣਿਆ ਹੋਇਆ ਹੈ, ਤੁਸੀਂ ਦੇਖੋਗੇ। ਔਰ ਅੰਦਰ ਮੰਦਿਰ ਵੀ ਹੈ ਜੀ। तो मैं शूज़ उतारते हैं जी। ਤੁਸੀਂ ਆ ਦੇਖੋ ਇਹਦੀ ਮੂਰਤੀ 40 ਫੁੱਟ ਉੱਪਰ, ਬਹੁਤ ਸੋਹਣੀ ਬਣੀ ਹੋਈ ਹੈ ਮੂਰਤੀ। ਔਰ ਇੱਥੇ ਇੰਨੀ ਸ਼ਾਂਤੀ ਹੈ ਕਿ ਸ਼ਾਇਦ ਮੇਰੇ ਇਕੱਲੇ ਦੀ ਜਿਹੜੀ ਹੈ ਉਹ ਆਵਾਜ਼ ਇੱਥੇ ਗੂੰਜ ਰਹੀ ਹੈ, ਤੁਸੀਂ ਦੇਖੋਗੇ। ਔਰ ਇਹ ਰਿਹਾ ਮੰਦਿਰ ਜੀ, ਬਹੁਤ ਖੂਬਸੂਰਤ ਮੰਦਿਰ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਕਿੱਥੇ ਜਾਣਾ ਸੀਗਾ ਮੈਂ ਔਰ ਕਿਸ ਪਾਸੇ ਮੈਂ ਆ ਗਿਆ। ਔਰ ਮੈਨੂੰ ਖੁਸ਼ੀ ਹੈ ਕਿ ਮੈਂ ਵੀ ਉਸ ਪਾਸੇ ਵੀ ਇਸ ਪਾਸੇ ਵੀ ਮੈਂ ਆ ਗਿਆ। ਐਕਚੁਅਲੀ ਅਗਰ ਉਧਰ ਨਾ ਜਾ ਅਗਰ ਉਧਰ ਚਲੇ ਜਾਂਦਾ ਸ਼ਾਇਦ ਮੈਂ ਇੱਥੇ ਵੀ ਨਾ ਆ ਪਾਉਂਦਾ। ਸੋ ਮੈਂ ਕਿਸੇ ਨੂੰ ਪੁੱਛਿਆ ਕਿ ਹਾਂ ਵੀ ਇੱਥੇ ਹੋਰ ਕੋਈ ਲੋਕੇਸ਼ਨ ਹੈ ਵਧੀਆ ਜੀ, ਅਤੇ ਮੈਨੂੰ ਦੇਖਣ ਨੂੰ ਮਿਲਿਆ ਵੀ ਇੱਥੇ ਇੱਕ ਆਸ਼ਰਮ ਹੈ ਔਰ ਉਸ ਆਸ਼ਰਮ ਦੇ ਬਹੁਤ ਖੂਬਸੂਰਤ ਆਸ਼ਰਮ ਹੈ। ਦੇਖੋ ਸ਼ਾਂਤੀ, ਅਸਲੀ ਸ਼ਾਂਤੀ ਮਿਲਣੀ ਚਾਹੀਦੀ ਹੈ ਜਿੱਥੇ ਜਾ ਕੇ ਤੁਹਾਡਾ ਮਨ ਪ੍ਰਸੰਨ ਹੋਵੇ। ਸੋ ਮੈਂ ਇੱਥੇ ਆਇਆ ਐਕਸਪਲੋਰ ਕਰਨ ਦੇ ਚੱਕਰ ਦੇ ਵਿੱਚ, ਔਰ ਐਕਸਪਲੋਰ ਕਰਨ ਦੇ ਚੱਕਰ ਜਦੋਂ ਮੈਂ ਇੱਥੇ ਆ ਕੇ ਬੈਠਾ ਇੰਨੀ ਵਧੀਆ ਸ਼ਾਂਤੀ। ਬੇਸਿਕਲੀ ਇਹ ਵਿਰਾਟ ਨਗਰ ਪੈਂਦਾ ਜੀ ਪਿੰਜੌਰ ਦੇ ਵਿੱਚ, ਔਰ ਮਜ਼ਾ ਆ ਗਿਆ ਇੱਥੇ, ਇੰਨੀ ਸ਼ਾਂਤੀ ਹੈ। ਔਰ ਜਿਹਨੂੰ ਕਹਿੰਦੇ ਨੇ ਬਿਲਕੁਲ ਪਿਨ ਡ੍ਰੌਪ ਸਾਇਲੈਂਸ ਜਿਹਨੂੰ ਕਹਿੰਦੇ ਆ, एक अलग जा ही माहौल है। सो ये कुछ ऑफ रोडिंग का नज़ारा। अभी देखते हैं आगे ये रास्ता कहाँ जाता है। सो बेसिकली तुम ये देखोगे जी, ये भी बड़ा प्यारा व्यू है। ये हैगा जी एक्चुअली एक डैम है और बड़ी शांति है, बहुत अच्छी लोकेशन है। आओ तुहानू दा थोड़ा व्यू दिखाइए इत्थों दी। यह नीचे पानी है, वो देखो।
ਔਰ ਐਕਚੁਅਲੀ ਬੇਸਿਕਲੀ ਇਹ ਇੱਕ ਡੈਮ ਹੈ। ਤੁਸੀਂ ਦੇਖੋਗੇ ਮੇਰੀ ਬੈਕ ਸਾਈਡ ਤੇ ਇਹ ਡੈਮ ਐਕਚੁਅਲੀ, ਔਰ ਇਹ ਵੀ ਵਿਰਾਟ ਨਗਰ ਦੇ ਨਾਲ ਹੀ ਪੈਂਦਾ ਔਰ ਬਹੁਤ ਅੱਛੀ ਲੋਕੇਸ਼ਨ ਹੈ। ਮਤਲਬ ਠੀਕ ਹੈ, ਮੈਨੂੰ ਅੱਛੀ ਲੱਗੀ। ਸੋ ਮੈਂ ਕਿਹਾ ਚਲੋ ਤੁਹਾਨੂੰ ਦਿਖਾਈ ਜਾਵੇ। ਸੋ ਤੁਸੀਂ ਦੇਖ ਲਿੱਤਾ ਕਿ ਬਈ ਐਕਚੁਅਲੀ ਐਕਸਪਲੋਰ ਕਰਦੇ ਆਪਾਂ ਕਿਸੇ ਨਾ ਕਿਸੇ ਲੋਕੇਸ਼ਨ ਉੱਤੇ ਆਪਾਂ ਪਹੁੰਚ ਹੀ ਜਾਂਦੇ ਹਾਂ। ਆਸ-ਪਾਸ ਕੋਈ ਨਾ ਕੋਈ ਵਧੀਆ ਜਗ੍ਹਾ ਨਿਕਲ ਵੀ ਆਉਂਦੀ ਹੈ ਔਰ ਇਹ ਵੀ ਲੋਕੇਸ਼ਨ ਮੈਨੂੰ ਅੱਛੀ ਲੱਗੀ। ਸਕੂਨ ਹੈ ਐਕਚੁਅਲੀ, ਇੱਧਰ ਸ਼ਾਂਤੀ ਬਹੁਤ ਜ਼ਿਆਦਾ ਹੈ। ਸੋ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਸੋ ਇੱਥੇ ਜਿਸ ਤਰ੍ਹਾਂ ਮੈਂ ਰਸਤੇ 'ਚ ਆ ਰਿਹਾ, ਇੱਥੇ ਬੜਾ ਇੱਕ ਖੂਬਸੂਰਤ ਗੁਰਦੁਆਰਾ ਜਿਹੜਾ ਉਹ ਬਣ ਰਿਹਾ, ਪਰ ਮੈਨੂੰ ਇੱਥੋਂ ਦੀ ਜਿਹੜਾ ਹੈ ਉਹ ਰਸਤਾ ਪੁੱਛਣਾ ਪੈਣਾ ਐਕਚੁਅਲੀ, ਰਸਤਾ ਕਿੱਧਰ ਜਾਏਗਾ, ਕਿਉਂਕਿ ਅੱਗੇ ਰਸਤਾ ਇਸ ਤਰ੍ਹਾਂ ਦਾ ਹੈਗਾ। ਬਟ ਕੋਈ ਗੱਲ ਨਹੀਂ ਜੀ, ਆਪਾਂ ਪੁੱਛ ਲੈਂਦੇ ਹਾਂ ਕਿਸੇ ਨੂੰ ਵੀ ਅੱਗੇ ਰਸਤਾ ਕਿੱਥੇ ਕਿਵੇਂ ਦਾ ਹੈਗਾ ਜੀ। ਭਾਜੀ ਚੰਡੀਗੜ੍ਹ ਵਾਸਤੇ ਰਸਤਾ ਕਿੱਧਰੋਂ ਜਾਏਗਾ? ਅੱਛਾ 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 ਭਾਜੀ ਚੰਡੀਗੜ੍ਹ ਵਾਸਤੇ ਰਸਤਾ ਕਿੱਧਰੋਂ ਜਾ ਸਕਦੇ ਹਾਂ ਆਪਾਂ? ਚੰਡੀਗੜ੍ਹ ਵਾਸਤੇ ਕਿੱਧਰੋਂ ਜਾ ਸਕਦੇ ਹਾਂ ਰਸਤਾ? ਅੱਛਾ ਇੱਧਰੋਂ ਦੀ ਜੀ, ਠੀਕ ਹੈ ਵੀਰੇ, ਠੀਕ ਹੈ। ਅੱਛਾ ਠੀਕ ਹੈ ਜੀ, ਠੀਕ ਹੈ। ਅੱਛਾ ਤੇ ਆਪਣੇ ਪਤਾ ਲੱਗ ਜਾਏਗਾ ਜੀ ਰਸਤਾ। ਚਲੋ ਠੀਕ ਹੈ ਜੀ, ਬਸ ਠੀਕ ਹੈ ਜੀ, ਥੈਂਕ ਯੂ ਵੀਰੇ, ਥੈਂਕ ਯੂ। ਚਲੋ ਜੀ, ਉਹ ਖੜੀ ਆਪਣੀ ਸਾਈਕਲ, ਰਸਤਾ ਹੁਣ ਆਪਾਂ ਨੂੰ ਲੱਗ ਗਿਆ ਪਤਾ, ਤੇ ਆਪਾਂ ਫਿਰ ਉੱਧਰ ਚੱਲਦੇ ਹਾਂ ਜੀ। ਸੋ ਤੁਸੀਂ ਦੇਖੋਗੇ ਕਿ ਹੁਣ ਧੁੱਪ ਚੜ੍ਹ ਗਈ ਹੈ ਜੀ ਔਰ ਆਪਾਂ ਨੂੰ ਲੱਭ ਗਿਆ ਰਸਤਾ। ਹੁਣ ਬੈਕ ਟੂ ਮੋਹਾਲੀ। ਚਾਹਨਾ ਕਿ ਇੱਥੋਂ ਦੀ ਜਿਹੜਾ ਫਿਰੋਜ਼ਪੁਰ ਹੈ ਉਹ ਤਕਰੀਬਨ 230 ਕਿਲੋਮੀਟਰ ਰਹਿ ਗਿਆ ਹੈ ਔਰ ਇਹ ਕਿਤੇ ਲਿਖਿਆ ਹੋਇਆ ਸੀ, ਇਸ ਦਾ ਮੇਰੇ ਵਲੌਗ ਨਾਲ ਕੋਈ ਸੰਬੰਧ ਨਹੀਂ ਹੈ ਐਕਚੁਅਲੀ, ਜਸਟ ਵੈਸੇ ਹੀ ਗੱਲ ਮਾਰ ਰਿਹਾ ਸੀਗਾ, ਮਜ਼ਾਕ ਹੱਸੀ ਖੇਡੀਆਂ। ਸੋ ਬਸ ਹੁਣ ਮੈਂ ਇਸ ਟਾਈਮ ਪਹੁੰਚ ਚੁੱਕਾ ਹਾਂ ਪੰਚਕੂਲਾ, ਔਰ ਪੰਚਕੂਲਾ ਤੋਂ ਬਾਅਦ ਫਿਰ ਚੰਡੀਗੜ੍ਹ, ਅਤੇ ਚੰਡੀਗੜ੍ਹ ਤੋਂ ਫਿਰ ਮੋਹਾਲੀ। ਸੋ ਵਾਪਸੀ ਆਪਾਂ ਕਰ ਲਿੱਤੀ ਹੈਗੀ ਹੈ, ਹੁਣ ਅਸੀਂ ਜਾ ਕੇ ਅੱਗੇ ਜਾ ਕੇ ਐਂਡ ਕਰਦੇ ਹਾਂ ਜੀ। ਸੋ ਲੋ ਜੀ, ਗਰਮੀ ਦੇ ਵਿੱਚ ਠੰਡੇ ਮੈਂਗੋ ਸ਼ੇਕ ਦੇ ਨਾਲ ਇਸ ਵਲੌਗ ਦਾ ਮੈਂ ਕਰਦਾ ਐਂਡ, ਔਰ ਬਸ ਹੁਣ ਥੋੜ੍ਹੀ ਦੇਰ ਤੱਕ ਐਕਚੁਅਲੀ ਜਿਹੜਾ ਮੇਰਾ ਫ਼ੋਨ ਹੈ ਉਹ ਥੋੜ੍ਹੀ ਤੱਕ ਬੰਦ ਹੋ ਜਾਏਗਾ। ਸੋ ਇਸ ਕਰਕੇ ਮੈਂ ਕਿਹਾ ਚਲੋ ਇੱਥੇ ਹੀ ਮੈਂ ਵਲੌਗ ਦਾ ਐਂਡ ਕਰਦਾ। ਉਮੀਦ ਕਰਦਾ ਕਿ ਬਈ ਤੁਹਾਨੂੰ ਇਹ ਵੀ ਵਲੌਗ ਦੂਸਰੇ ਵਲੌਗਸ ਵਾਂਗ ਅੱਛਾ ਲੱਗਿਆ ਹੋਵੇਗਾ। ਸੋ ਬੇਸਿਕਲੀ ਜਾਣਾ ਕਿੱਥੇ ਸੀਗਾ ਤੇ ਜਾ ਕਿੱਥੇ ਆਏ, ਬਟ ਐਨੀਵੇ ਚਲੋ ਜੀ, ਮਿਲਦੇ ਹਾਂ ਨੈਕਸਟ ਕਿਸੇ ਵਧੀਆ ਜਿਹੇ ਵਲੌਗ ਦੇ ਵਿੱਚ। ਓਕੇ, ਬਾਏ ਬਾਏ, ਟਾਟਾ।